ਤੁਸੀਂ ਇੱਕ ਸ਼ਬਦ ਸੁਣਿਆ ਹੋਣਾ, ਹਿੰਦ ਦੀ ਚਾਦਰ ਜਾਂ ਧਰਮ ਦੀ ਚਾਦਰ। ਹਾਂਜੀ, ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਆ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀਆਂ ਦਾ। ਵੀਰੋ, ਆਪਾਂ ਕਿੱਥੇ ਦਿਨ ਦੇ ਦੇਵਾਂਗੇ ਗੁਰੂ ਗੋਬਿੰਦ ਸਿੰਘ ਜੀ ਦਾ। ਸਭ ਕੁਝ ਕੁਰਬਾਨ ਕਰਤਾ ਆਪਣੇ ਲਈ। ਅੱਜ ਉਹਨਾਂ ਜੀ ਦੇ ਪਿਤਾ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਆ। ਤੁਸੀਂ ਜਾਣਦੇ ਹੋ ਵੀ ਦਿੱਲੀ ਚਾਂਦਨੀ ਚੌਂਕ ਵਿਖੇ ਸ਼ਹੀਦੀਆਂ ਹੋਈਆਂ। ਜੇ ਇਤਿਹਾਸ ਵੱਲ ਝਾਤੀ ਮਾਰੀਏ, ਔਰੰਗਜ਼ੇਬ ਧੱਕੇ ਨਾਲ ਸਾਰੇ ਧਰਮ ਦੇ ਬੰਦਿਆਂ ਨੂੰ ਆਪਣੇ ਧਰਮ ਵਿੱਚ ਲੈ ਕੇ ਆਉਣਾ ਚਾਹੁੰਦਾ ਸੀਗਾ। ਤੇ ਕਸ਼ਮੀਰ, ਤੁਸੀਂ ਜਾਣਦੇ ਹੋ ਵੀ ਕਸ਼ਮੀਰ ਤੋਂ ਪੰਡਤ ਆਏ। ਹੁਣ ਇਹ ਤੁਸੀਂ ਆਪ ਸੋਚੋ ਵੀ ਕਸ਼ਮੀਰ ਤੋਂ ਕਿਉਂ ਪੰਡਤ ਆਏ। ਸਵਾਲ ਪੈਦਾ ਹੁੰਦਾ ਹੈ ਨਾ ਵੀ ਕਿਸੇ ਹੋਰ ਰਾਜ ਤੋਂ ਕਿਉਂ ਨਹੀਂ ਗਏ। ਕਿ ਔਰੰਗਜ਼ੇਬ ਇਕੱਲਾ ਕਸ਼ਮੀਰ ਵਿੱਚ ਧਰਮ ਪਰਿਵਰਤਨ ਕਰਨਾ ਚਾਹੁੰਦਾ ਸੀ? ਦੇਖੋ, ਗੱਲ ਇਹ ਆ ਵੀ ਕਸ਼ਮੀਰ ਇੱਕ ਉਦੋਂ ਇਹੋ ਜਿਹੀ ਧਰਤੀ ਸੀਗੀ, ਉੱਥੇ ਇਹੋ ਜਿਹੇ ਲੋਕ ਰਹਿੰਦੇ ਸੀਗੇ ਜਿਹੜੇ ਵਿਦਵਾਨ ਲੋਕ ਸੀਗੇ, ਜਿਹੜੇ ਬਹੁਤ ਧਰਮ ਦੇ ਪੱਕੇ ਸੀਗੇ ਤੇ ਵਿਦਵਾਨ ਲੋਕ ਸੀਗੇ। ਤੇ ਔਰੰਗਜ਼ੇਬ ਨੂੰ ਪਤਾ ਕੀ ਸੀਗਾ ਵੀ ਜੇ ਮੈਂ ਵਿਦਵਾਨਾਂ ਨੂੰ ਧਰਮ ਵਿੱਚ ਲੈ ਆਵਾਂ ਨਾ, ਇੱਕੀ ਦੁੱਕੀ ਆਪੇ ਆ ਜਾਣਗੇ। ਸਮਝੇ ਗੱਲ ਮੇਰੀ? ਵੀ ਜਿਹਦਾ ਨਾ ਵਧੀਆ ਦਿਮਾਗ ਆ, ਜਿਹੜਾ ਵਿਦਵਾਨ ਆ, ਜਿਹਦੀ ਸੋਚ ਵਧੀਆ ਆ, ਜੇ ਉਹੀ ਧਰਮ ਪਰਿਵਰਤਨ ਕਰਕੇ ਸਾਡੇ ਧਰਮ ਵਿੱਚ ਆ ਜਾਵੇ, ਆਮ ਬੰਦੇ ਤਾਂ ਉਹਨੂੰ ਦੇਖ ਕੇ ਆਉਣਗੇ ਹੀ। ਤਾਂ ਉਹਨੇ ਜੰਮੂ ਕਸ਼ਮੀਰ ਨੂੰ ਚੁਣਿਆ ਸੀਗਾ। ਫਿਰ ਤੁਸੀਂ ਜਾਣਦੇ ਹੀ ਹੋ ਵੀ ਕਸ਼ਮੀਰੀ ਪੰਡਤਾਂ ਦਾ ਜੱਥਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਕੋਲ ਸ੍ਰੀ ਅਨੰਦਪੁਰ ਸਾਹਿਬ ਆਇਆ, ਹਨਾ। ਉਹਨਾਂ ਨੇ ਬੇਨਤੀ ਕੀਤੀ ਆ ਕਿ ਮਹਾਰਾਜ ਵੀ ਸਾਡੇ ਧਰਮ ਨੂੰ ਖਤਰਾ ਆ। ਤੇ ਗੁਰੂ ਸਾਹਿਬ ਨੇ ਕੀ ਕਿਹਾ ਸੀਗਾ ਵੀ ਜੇ ਕੋਈ ਮਹਾਂਪੁਰਖ, ਜੇ ਕੋਈ ਸਾਧੂ ਸੰਤ ਪੂਰਾ ਹਨਾ ਵੀ ਬਲੀਦਾਨ ਦਵੇ ਜਾਂ ਤੁਹਾਡਾ ਆਗੂ ਬਣੇ ਤਾਂ ਤੁਹਾਡੀ ਰੱਖਿਆ ਹੋ ਸਕਦੀ ਹੈ। ਹੁਣ ਅੱਗੇ ਦੇਖੋ ਕੀ ਹੋਇਆ। ਤੇ ਕੋਲ ਗੁਰੂ ਗੋਬਿੰਦ ਸਿੰਘ ਜੀ ਬੈਠੇ ਸੀਗੇ। ਹੁਣ ਪਹਿਲਾਂ ਇਹ ਦੇਖੋ ਵੀ ਯਾਰ, ਮਤਲਬ ਨਾ ਸ਼ਬਦ ਕਹਿਣੇ ਸੌਖੇ ਹੋ ਜਾਂਦੇ ਨੇ, ਕਦੇ ਕਦੇ ਸ਼ਬਦ ਵੀ ਨਹੀਂ ਕਹਿ ਹੁੰਦੇ। ਇੰਨਾ ਕੁਝ ਦਿੱਤਾ ਆਪਾਂ ਨੂੰ ਗੁਰੂ ਸਾਹਿਬ ਨੇ। ਇਹੋ ਜਿਹੇ ਗੁਰੂ ਕਿਤੇ ਨਹੀਂ ਮਿਲਣੇ, ਕਿਤੇ ਵੀ ਨਹੀਂ। ਪਹਿਲੀ ਗੱਲ ਤਾਂ ਇਹ ਆ, ਦੇਖੋ ਵੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਜਾਂ ਜਨਮ ਹੋਇਆ ਕਹਿ ਲਓ, ਹਨਾ, ਉਸ ਸਮੇਂ ਪਤਾ ਕਿੰਨੀ ਦੇਰ ਬਾਅਦ ਜਨਮ ਹੋਇਆ ਸੀਗਾ ਗੁਰੂ ਗੋਬਿੰਦ ਸਿੰਘ ਜੀ ਦਾ? ਵਿਆਹ ਤੋਂ ਘੱਟੋ ਘੱਟ ਮੈਨੂੰ ਜਿੰਨਾ ਕਿ ਯਾਦ ਆ ਵੀ 30 ਸਾਲ ਬਾਅਦ। ਮੈਂ 35 ਵੀ ਸੁਣਿਆ ਆ। ਤੁਸੀਂ ਇਹ ਦੇਖੋ ਪਹਿਲਾਂ ਵੀ ਆਪਾਂ ਉਹਨਾਂ ਤੋਂ ਸਭ ਕੁਝ ਮੰਗਣ ਜਾਂਦੇ ਹਾਂ ਗੁਰੂ ਸਾਹਿਬ ਤੋਂ, ਹਨਾ। ਉਹਨਾਂ ਨੂੰ ਪੁੱਤਰ ਦੀ ਦਾਤ 30-35 ਸਾਲ ਬਾਅਦ ਪ੍ਰਾਪਤ ਹੋਈ। ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਨਾ, ਪ੍ਰਕਾਸ਼ ਹੋਇਆ ਪਟਨਾ ਸਾਹਿਬ, ਗੁਰੂ ਤੇਗ ਬਹਾਦਰ ਜੀ ਉਸ ਟਾਈਮ ਪ੍ਰਚਾਰ ਕਰਨ ਗਏ ਹੋਏ ਸੀਗੇ, ਪ੍ਰਚਾਰ ਕਰਨ ਢਾਕੇ। ਪਟਨਾ ਸਾਹਿਬ ਬਿਹਾਰ ਵਿੱਚ, ਢਾਕਾ ਨੇਪਾਲ। ਅੰਡਰਸਟੈਂਡ? ਤੇ ਇਹ ਦੇਖੋ ਤੁਸੀਂ, ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ, ਇਹ ਨਹੀਂ ਜਿਵੇਂ ਆਪਾਂ ਨੂੰ ਹੁੰਦਾ ਵੀ ਆਪਾਂ ਆਪਣੀ ਫੈਮਿਲੀ ਨੂੰ ਮਿਲੀਏ ਜਾ ਕੇ। ਗੁਰੂ ਗੋਬਿੰਦ ਸਿੰਘ ਜੀ ਕੋਲ ਗੁਰੂ ਤੇਗ ਬਹਾਦਰ ਜੀ 5 ਸਾਲ ਬਾਅਦ ਆਏ ਨੇ। ਮਤਲਬ ਉਹਨਾਂ ਨੇ ਧਰਮ ਦਾ ਪ੍ਰਚਾਰ ਕਰਨਾ, ਲੋਕਾਂ ਦੀ ਸੇਵਾ ਕਰਨੀ ਛੱਡੀ ਨਹੀਂ ਵੀ ਜਦੇ ਆ ਗਏ। ਹੁਣ ਪਟਨਾ ਸਾਹਿਬ ਦੀ ਧਰਤੀ ਤੇ 5 ਸਾਲ ਬਾਅਦ ਮਤਲਬ ਮਿਲੇ ਸੀਗੇ ਗੁਰੂ ਸਾਹਿਬ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੂੰ। ਹੁਣ ਮੈਂ ਮਤਲਬ ਇਹ ਤਾਂ ਦੱਸਿਆ, ਦੇਖੋ ਪਹਿਲਾਂ ਤਾਂ 5 ਸਾਲ ਬਾਅਦ ਗੁਰੂ ਸਾਹਿਬ ਮਿਲੇ ਗੁਰੂ ਗੋਬਿੰਦ ਸਿੰਘ ਜੀ ਨੂੰ, ਹਨਾ। ਫਿਰ ਦੇਖੋ ਜਦੋਂ ਅਨੰਦਪੁਰ ਸਾਹਿਬ ਗਏ ਨੇ, ਉਦੋਂ ਗੁਰੂ ਸਾਹਿਬ ਦੀ ਉਮਰ ਕਹਿੰਦੇ ਨੇ ਵੀ 9 ਕੁ ਸਾਲ ਸੀਗੀ, ਹਨਾ। ਤੁਸੀਂ ਇਹ ਦੇਖੋ ਵੀ ਆਪਾਂ ਤਾਂ ਸਭ ਕੁਝ ਉਹਨਾਂ ਤੋਂ ਮੰਗਦੇ ਹਾਂ ਜਿਨ੍ਹਾਂ ਨੇ ਯਾਰ ਸਭ ਕੁਝ ਆਪਾਂ ਨੂੰ ਦੇਤਾ। ਫਿਰ 9 ਸਾਲ ਦੀ ਉਮਰ 'ਚ ਗੁਰੂ ਸਾਹਿਬ ਨੇ ਇਹ ਕਿਹਾ, ਜਦੋਂ ਕਸ਼ਮੀਰੀ ਪੰਡਤ ਬੈਠੇ ਸੀ ਕੋਲ, ਵੀ ਗੁਰੂ ਸਾਹਿਬ ਵੀ ਤੁਹਾਡੇ ਤੋਂ ਵੱਡਾ ਤਾਂ ਕੋਈ ਮਹਾਂਪੁਰਖ ਹੋ ਨਹੀਂ ਸਕਦਾ, ਵੀ ਤੁਸੀਂ ਇਹਨਾਂ ਦੀ ਰੱਖਿਆ ਕਰੋ। ਇਹ ਦੇਖੋ ਹੁਣ ਤੁਸੀਂ। ਫਿਰ ਗੁਰੂ ਸਾਹਿਬ ਕਹਿੰਦੇ ਵੀ ਜੇ ਵੀ ਤੂੰ ਮਤਲਬ ਦੇਖੋ, ਸਾਡੀ ਜ਼ਬਾਨ ਕਹਿਣਾ ਪੈਂਦਾ ਸਾਨੂੰ, ਪਰ ਗੱਲਾਂ ਬਹੁਤ ਵੱਡੀਆਂ ਨੇ, ਹਨਾ। ਵੀ ਗੁਰੂ ਸਾਹਿਬ ਕਹਿੰਦੇ ਵੀ ਮੈਂ ਜੇ ਸ਼ਹੀਦੀ ਦੇ ਦੇਵਾਂ, ਹਨਾ, ਵੀ ਤੇਰੇ ਸਿਰ ਤੋਂ ਪਿਓ ਦਾ ਸਾਇਆ ਉੱਠ ਜਾਣਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਪਿਤਾ ਜੀ ਕੋਈ ਗੱਲ ਨਹੀਂ, ਜੇ ਮਤਲਬ ਹਨਾ ਵੀ ਮੇਰੇ ਪਿਓ ਦੇ ਸਾਏ ਉੱਠਣ ਤੋਂ ਜੇ ਸਾਰੇ ਲੋਕਾਂ ਦਾ ਸਭ ਕੁਝ ਬਚ ਸਕਦਾ, ਕੋਈ ਗੱਲ ਨਹੀਂ, ਹਨਾ। ਤੁਸੀਂ ਦੇਖੋ ਫਿਰ ਗੁਰੂ ਤੇਗ ਬਹਾਦਰ ਜੀ ਦਿੱਲੀ ਗਏ ਨੇ। ਗੱਲਾਂ ਕਹਿ ਕੇ ਲੰਘ ਜਾਂਦੇ ਆਪਾਂ। ਦਿੱਲੀ ਜਦੋਂ ਗਏ ਨੇ, ਪਤਾ ਵੀ ਆ ਵੀ ਮੈਂ ਸ਼ਹੀਦ ਹੋਣ ਚੱਲਿਆ ਆ। ਉੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਦਾਦੀ ਜੀ ਵੀ ਨੇ। ਕੌਣ? ਮਾਤਾ ਨਾਨਕੀ ਜੀ, ਦਾਦੀ ਜੀ। ਤੁਸੀਂ ਇਹ ਦੇਖੋ, ਮਾਤਾ ਨਾਨਕੀ ਜੀ ਦੇ ਪੁੱਤਰ ਸਪੁੱਤਰ ਜੀ ਗੁਰੂ ਤੇਗ ਬਹਾਦਰ ਜੀ,
ਉਹ ਤੁਰਨ ਲੱਗੇ ਨੇ। ਪਤਾ ਆ ਵੀ ਦਿੱਲੀ ਜਾਣਾ ਪਰ ਮੁੜ ਕੇ ਨਹੀਂ ਆਉਣਾ। ਵੀਰੋ ਇਹ ਕੁਝ ਹੋਇਆ ਆਪਣੀ ਕੌਮ ਦੇ ਵਿੱਚ। ਆਪਾਂ ਯਾਰ ਨਸ਼ੇ ਕਰੀ ਜਾਂਦੇ ਹਾਂ, ਕੇਸ ਕਟਾਈ ਜਾਂਦੇ ਹਾਂ। ਤੁਸੀਂ ਇਹ ਦੇਖੋ ਵੀ ਇੱਕ ਧਰਮ ਦਾ ਮੁਖੀ, ਠੀਕ ਆ, ਸਾਰਾ ਕੁਝ ਉਹਨਾਂ ਦੇ ਕੋਲ ਆ, ਗੁਰੂ ਸਾਹਿਬ ਦੇ ਕੋਲ ਉੱਥੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਕੋਲੇ। ਮਤਲਬ ਕਹਿੰਦੇ ਨੇ ਵੀ ਹਨਾ ਪ੍ਰਸ਼ਾਦੀ ਹਾਥੀ ਚੌਰ ਕਰਦਾ ਹੁੰਦਾ ਸੀ, 2.5 ਲੱਖ ਦੀ ਕਲਗੀ। ਮਤਲਬ ਇਹ ਨਹੀਂ ਹੈਗਾ ਵੀ ਆਮ ਜੇ, ਬਹੁਤ ਰਾਜੇ ਮਹਾਰਾਜਿਆਂ ਵਾਂਗੂ ਉੱਥੇ ਰਹਿਣ ਸਹਿਣ ਸੀਗਾ। ਕਿਹੜੀ ਗੱਲ ਦਾ ਘਾਟਾ ਸੀਗਾ। ਦੇਖੋ ਮਾਤਾ ਨਾਨਕੀ ਜੀ ਆਪਣੇ ਪੁੱਤਰ ਨੂੰ ਤੋਰ ਰਹੇ ਨੇ ਸ਼ਹੀਦ ਹੋਣ। ਫਿਰ ਦੇਖੋ ਵੀਰੋ ਮਾਤਾ ਗੁਜਰੀ ਜੀ ਉਹ ਵੀ ਤੋਰ ਰਹੇ ਨੇ। ਪਤਾ ਆ ਵੀ ਨਹੀਂ ਮੁੜ ਕੇ ਸਰੀਰਕ ਰੂਪ ਵਿੱਚ ਵਾਪਸ ਆਉਣਾ, ਹਨਾ। ਤੇ ਪਿਤਾ ਆਪਣੇ ਗੁਰੂ ਗੋਬਿੰਦ ਸਿੰਘ ਜੀ ਉਹ ਵੀ ਪਿਤਾ ਨੂੰ ਤੋਰ ਰਹੇ ਨੇ। ਇਹ ਗੱਲਾਂ ਬਹੁਤ ਵੱਡੀਆਂ ਨੇ। ਇੱਕ ਇੱਕ ਗੱਲ ਤੇ ਖੜਨ ਦੀ ਲੋੜ ਆ, ਇੱਕ ਇੱਕ ਗੱਲ ਤੇ। ਮੈਂ ਨਹੀਂ ਕਹਿੰਦਾ ਵੀ ਤੁਹਾਨੂੰ ਸਾਰੀ ਹਿਸਟਰੀ ਦੀ ਨੌਲੇਜ ਹੋਵੇ ਤਾਂ ਤੁਸੀਂ ਵਧੀਆ ਬਣੋਗੇ। ਤੁਸੀਂ ਪੂਰੇ ਇਤਿਹਾਸ ਵਿੱਚੋਂ ਨਾ ਇੱਕ ਚੀਜ਼ ਚੱਕ ਲਓ। ਤੁਸੀਂ ਮਤਲਬ ਤੁਹਾਨੂੰ ਸ਼ਾਇਦ ਚਾਹੇ ਸਾਰਾ ਇਤਿਹਾਸ ਨਾ ਪਤਾ ਹੋਵੇ, ਜੇ ਇੰਨਾ ਕੁ ਪਤਾ ਹੋਵੇ ਨਾ ਵੀ ਗੁਰੂ ਜਦੋਂ ਉੱਥੋਂ ਤੋਰੇ ਨੇ ਗੁਰੂ ਤੇਗ ਬਹਾਦਰ ਜੀ ਗਏ ਨੇ ਅਨੰਦਪੁਰ ਸਾਹਿਬ ਤੋਂ, ਮਾਤਾ ਜੀ ਨੇ ਤੋਰਿਆ, ਦਾਦੀ ਜੀ ਨੇ ਤੋਰਿਆ। ਮਤਲਬ ਨਾ ਇਹ ਗੱਲਾਂ ਨੂੰ ਫੀਲ ਜਦੋਂ ਕਰੋਗੇ ਉਹ ਸੱਟ ਇੱਕੋ ਵੱਜੇ ਵੀਰੇ ਤੁਹਾਡੀ ਜ਼ਿੰਦਗੀ ਬਦਲ ਜੂਗੀ। ਜੇ ਤੁਸੀਂ ਇੰਨਾ ਹੀ ਯਾਦ ਕਰ ਲਓ ਨਾ ਵੀ ਮਾਛੀਵਾੜਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪਹੁੰਚੇ ਸੀਗੇ ਉੱਥੇ। ਮਤਲਬ ਜਦੋਂ ਪਹੁੰਚੇ ਥੱਲੇ ਵੀ ਠੰਡਾ ਸੀਗਾ, ਧਰਤੀ ਠੰਡੀ ਸੀਗੀ, ਗਿੱਲੀ ਸੀਗੀ। ਕਿੱਥੋਂ ਆਏ ਸੀਗੇ? ਪੁੱਤਰ ਸ਼ਹੀਦ ਕਰਨ ਤੋਂ ਬਾਅਦ ਆਏ ਸੀਗੇ। ਮਤਲਬ ਇੰਨੀ ਕੁ ਗੱਲ ਜੇ ਪਤਾ ਹੋਵੇ, ਮੈਂ ਨਹੀਂ ਕਹਿੰਦਾ ਵੀ ਤੁਹਾਨੂੰ ਸਾਰਾ ਕੁਝ ਪਤਾ ਹੋਵੇ ਵੀਰੇ, ਗੱਲ ਤਾਂ ਇੱਥੇ ਲੱਗਣ ਦੀ ਆ ਨਾ ਵੀ। ਤੇ ਜਦੋਂ ਗੁਰੂ ਤੇਗ ਬਹਾਦਰ ਜੀ ਅਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਨੂੰ ਗਏ ਨੇ, ਇਤਿਹਾਸ ਕਹਿੰਦਾ ਨਾ ਵੀ ਉਹਨਾਂ ਨਾਲ 5 ਸਿੱਖ ਸੀਗੇ। ਤੁਸੀਂ ਇਹ ਦੇਖੋ ਵੀ ਜਦੋਂ ਗੁਰੂ ਸਾਹਿਬ ਦਿੱਲੀ ਗਏ ਨੇ ਹਨਾ ਗੱਲਾਂ ਉਹੀ ਕਹੀਆਂ ਨੇ, ਆਫਰ ਕੀ ਵੀ ਤੁਸੀਂ ਧਰਮ ਪਰਿਵਰਤਨ ਕਰ ਲਓ, ਹਨਾ ਵੀ ਜਾਂ ਤੁਸੀਂ ਇਸਲਾਮ ਕਬੂਲ ਕਰ ਲਓ। ਹੁਣ ਗੱਲ ਇਹ ਆ ਵੀ ਉਸ ਸਮੇਂ ਹਿੰਦੂਆਂ ਦਾ ਧਰਮ ਪਰਿਵਰਤਨ ਕਰਦੇ ਸੀਗੇ ਤਾਂ ਗੁਰੂ ਸਾਹਿਬ ਨੇ ਸ਼ਹੀਦੀ ਦਿੱਤੀ ਆ। ਉਸ ਸਮੇਂ ਜੇ ਕਿਸੇ ਹੋਰ ਦਾ ਵੀ ਕਰ ਦੇਣਾ ਧਰਮ ਪਰਿਵਰਤਨ ਗੁਰੂ ਸਾਹਿਬ ਨੇ ਤਾਂ ਵੀ ਸ਼ਹੀਦੀ ਦੇਣੀ ਸੀਗੀ। ਤੇ ਕਹਿੰਦੇ ਨੇ ਜਿਵੇਂ ਅੱਜ 24 ਤਰੀਕ ਆ, ਅੱਜ ਜਿਹੜੇ ਦਿਨ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ, ਕਹਿੰਦੇ ਨੇ ਇੱਕ ਦਿਨ ਪਹਿਲਾਂ ਗੁਰੂ ਸਾਹਿਬ ਦੇ ਸਿੱਖਾਂ ਨੂੰ ਸ਼ਹੀਦ ਕੀਤਾ। ਭਾਈ ਮਤੀ ਦਾਸ ਜੀ ਜਦੋਂ ਕਹਿੰਦੇ ਨੇ ਭਾਈ ਮਤੀ ਦਾਸ ਜੀ ਨੂੰ ਸ਼ਹੀਦ ਕਰਨ ਲੱਗੇ, ਜਲਾਦ ਪੁੱਛਦੇ ਨੇ ਵੀ ਤੁਹਾਡੀ ਆਖਰੀ ਇੱਛਾ ਕੀ ਆ। ਪੁੱਛ ਰਹੇ ਹੁੰਦੇ ਨੇ ਨਾ ਵੀ ਆਖਰੀ ਇੱਛਾ ਦੱਸ ਦਿਓ ਭਾਈ, ਕੀ ਸੀਗੀ ਆਖਰੀ ਇੱਛਾ। ਹੁਣ ਆਪਣੇ ਵਰਗਾ ਕੋਈ ਹੁੰਦਾ ਕੀ ਕਹਿੰਦਾ ਵੀ ਸਾਨੂੰ ਇੰਨੇ ਪੈਸੇ, ਇੰਨੀਆਂ ਜ਼ਮੀਨਾਂ ਦਿਓ, ਇੰਨੇ ਹਨਾ ਸਾਡੇ ਫਾਲੋਅਰ ਦੇ ਦਿਓ। ਭਾਈ ਮਤੀ ਦਾਸ ਜੀ ਕਹਿੰਦੇ ਵੀ ਮੇਰੀ ਕੋਈ ਦੁਨਿਆਵੀ ਮੰਗ ਨਹੀਂ ਹੈਗੀ, ਮੈਂ ਕਿਸੇ ਪਰਿਵਾਰ ਵਾਲੇ ਨੂੰ ਮਿਲਣਾ ਨਹੀਂ ਚਾਹੁੰਦਾ। ਮੇਰੀ ਇੱਕੋ ਮੰਗ ਆ ਜਦੋਂ ਮੈਨੂੰ ਸ਼ਹੀਦ ਕਰਨ ਲੱਗੋ, ਜਦੋਂ ਮੇਰੇ ਸਿਰ ਤੇ ਆਰਾ ਚੱਲੇ, ਕੀ ਹੋਵੇ ਮੇਰਾ ਮੁੱਖ ਮੇਰੇ ਪਿਆਰੇ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਵੱਲ ਹੋਵੇ। ਠੀਕ ਹੈ ਜੀ। ਇਹ ਨਹੀਂ ਹੋਇਆ। ਗੁਰੂ ਤੇਗ ਬਹਾਦਰ ਨੂੰ ਨਾ ਪਿੰਜਰੇ ਵਿੱਚ ਕੈਦ ਕੀਤਾ ਹੋਇਆ ਸੀਗਾ, ਲੋਹੇ ਦੇ ਪਿੰਜਰੇ ਵਿੱਚ। ਤੇ ਫਿਰ ਜਦੋਂ ਭਾਈ ਮਤੀ ਦਾਸ ਦੇ ਸਿਰ ਤੇ ਆਰਾ ਰੱਖਿਆ, ਉਹ ਆਰਾ ਕਿਹੜਾ ਜਿਹਦੇ ਨਾਲ ਨਾ ਤੁਸੀਂ ਸਰ ਦੇਖਿਆ ਹੋਵੇ ਜਿਹਦੇ ਨਾਲ ਲੱਕੜਾਂ ਚੀਰਦੇ ਹੁੰਦੇ ਨੇ, ਦਰਖਤ ਚੀਰਦੇ ਹੁੰਦੇ ਨੇ, ਇੱਕ ਬੰਦਾ ਇੱਥੋਂ ਫੜਦਾ, ਇੱਕ ਬੰਦਾ ਇੱਧਰੋਂ ਫੜਦਾ, ਲੋਹੇ ਦਾ ਹੁੰਦਾ। ਮੁੱਠੇ ਉਹਦੇ ਕਾਹਦੇ ਹੁੰਦੇ ਨੇ? ਲੱਕੜਾਂ ਦੇ। ਉਹ ਆਰਾ ਇੱਥੇ ਰੱਖਿਆ। ਬਸ ਉਹੀ ਜਾਣਦੇ ਨੇ ਹੁਣ ਹਨਾ ਵੀ ਅਸੀਂ ਤਾਂ ਜ਼ਬਾਨ ਸਾਡੀ ਉਹ ਅਲਾਉਡ ਨਹੀਂ ਕਰਦੇ ਵੀ ਕਿਵੇਂ ਕਹੀਏ ਹਨਾ। ਆਰਾ ਚੱਲਿਆ, ਕਹਿੰਦੇ ਨੇ ਵੀ ਭਾਈ ਮਤੀ ਦਾਸ ਜੀ ਨੇ ਸ਼ਹੀਦ ਹੋਣ ਤੋਂ ਪਹਿਲਾਂ, ਆਰਾ ਚੱਲਣ ਤੋਂ ਪਹਿਲਾਂ ਨਾ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ ਹੋਇਆ ਸੀਗਾ। ਤੇ ਆਰਾ ਚੱਲੀ ਗਿਆ, ਪਾਠ ਹੋਈ ਗਿਆ। ਕਹਿੰਦੇ ਨੇ ਜਦੋਂ ਬੋਡੀ ਦੇ 2 ਪਾਰਟਸ ਹੋ ਗਏ, ਜਦੋਂ ਬੋਡੀ ਡਿੱਗੀ ਨਾ, ਕਹਿੰਦੇ ਜਪਜੀ ਸਾਹਿਬ ਦਾ ਪਾਠ ਦੀ ਆਵਾਜ਼ ਆਈ ਗਈ ਪੂਰੇ ਚਾਂਦਨੀ ਚੌਕ ਦੇ ਵਿੱਚ। ਜਦੋਂ ਪਾਠ ਸੰਪੂਰਨ ਹੋਇਆ ਉਦੋਂ ਆਵਾਜ਼ ਬੰਦ ਹੋਈ ਆ। ਫਿਰ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ। ਦੇਗ ਕੀ ਜਿਹੜੀ ਤੁਸੀਂ ਛਕਦੇ ਹੋ ਦੇਗ, ਉਹ ਉਬਲਦੀ ਹੋਊਗੀ, ਤੁਸੀਂ ਆਪ ਸੋਚੋ ਕਿਵੇਂ ਹੋਊਗੀ। ਉਹਦੇ ਵਿੱਚ ਬਿਠਾ ਕੇ ਮਤਲਬ ਹਨਾ ਸਮਝੇ ਗਏ, ਸ਼ਹੀਦ ਕੀਤੇ। ਭਾਈ ਸਤੀ ਦਾਸ ਜੀ ਬੋਡੀ ਦੇ ਆਲੇ ਦੁਆਲੇ ਰੂਮ ਬੰਨ੍ਹ ਲਈ, ਅੱਗ ਲਾਈ, ਸ਼ਹੀਦ ਕੀਤੇ। ਹੁਣ ਇਹ ਗੱਲ ਮੈਂ ਚਾਹੇ 10 ਮਿੰਟ 'ਚ ਕਹਿ ਦੇਵਾਂ, ਚਾਹੇ 15 ਮਿੰਟ 'ਚ ਕਹਿ ਦੇਵਾਂ, ਇਹ ਮਤਲਬ ਯਾਰ ਕਿਵੇਂ ਆਪਾਂ ਐਕਸਪਲੇਨ ਕਰੀਏ। ਹੋਰ ਆਪਾਂ ਕੀ ਚਾਹੁੰਦੇ ਹਾਂ, ਕੀ ਕੁਛ ਹੋ ਜਾਂਦਾ, ਅਸੀਂ ਤਾਂ ਅੰਮ੍ਰਿਤ ਛਕਦੇ। ਇੰਨਾ ਕੁਛ ਹੋਇਆ ਪਿਆ ਆ, ਅਸੀਂ ਤਾਂ ਵੀ ਪੁੱਛਦੇ ਫਿਰਦੇ ਹਾਂ ਅੰਮ੍ਰਿਤ ਛਕਣਾ ਕਿ ਨਹੀਂ ਛਕਣਾ। ਗੁਰੂ ਸਾਹਿਬ ਨੇ ਕਿੱਥੇ ਕਿਹਾ ਅੰਮ੍ਰਿਤ ਛਕਣਾ?
ਉਹ ਯਾਰ ਉਹਨਾਂ ਨੂੰ ਮਤਲਬ ਇੰਨਾ ਕੁਛ ਤਾਂ ਕਰਤਾ। ਫਿਰ ਦੇਖੋ ਅਗਲੇ ਦਿਨ, ਅੱਜ ਵਾਲੇ ਦਿਨ ਗੁਰੂ ਤੇਗ ਬਹਾਦਰ ਜੀ, ਉਹਨਾਂ ਨੂੰ ਤਾਂ ਤੁਹਾਨੂੰ ਪਤਾ ਸ਼ਹੀਦ ਕੀਤਾ ਗਿਆ ਹੈ ਨਾ। ਹੁਣ ਮੈਂ ਨਹੀਂ ਬੋਲ ਸਕਦਾ ਵੀ ਕਿਵੇਂ ਸ਼ਹੀਦ ਕੀਤਾ ਗਿਆ, ਮੈਨੂੰ ਨਹੀਂ ਮੇਰੇ ਬਸ ਵਿੱਚ ਹੈ ਨਾ। ਤੁਸੀਂ ਜਾਣਦੇ ਹੋ, ਤੁਸੀਂ ਪੜ੍ਹ ਲਿਓ, ਉਹਨਾਂ ਨੂੰ ਵੀ ਸ਼ਹੀਦ ਕੀਤਾ ਹੈ ਨਾ ਜਲਾਦਾਂ ਨੇ, ਜਾਂ ਚਲੋ ਕਰਨ ਵਾਲੇ ਤਾਂ ਪਰਮਾਤਮਾ ਗੁਰੂ ਸਾਹਿਬ ਆਪੇ ਹੀ ਨੇ। ਸ੍ਰਿਸ਼ਟੀ ਉਹਨਾਂ ਦੀ ਹੋਗਾ, ਗੁਰੂ ਗੋਬਿੰਦ ਸਿੰਘ ਜੀ ਦੀ ਸਾਰੀ ਸ੍ਰਿਸ਼ਟੀ ਦੇ ਮਾਲਕ ਨੇ ਗੁਰੂ ਤੇਗ ਬਹਾਦਰ ਜੀ, ਉਹਨਾਂ ਦੀ ਉਹ ਖੇਡ ਆ ਹੈ ਨਾ। ਫਿਰ ਗੁਰੂ ਸਾਹਿਬ ਸ਼ਹੀਦ ਹੋਏ। ਫਿਰ ਤੁਸੀਂ ਇਹ ਦੇਖੋ ਵੀ ਸ਼ਹੀਦ ਹੋਣ ਤੋਂ ਬਾਅਦ ਕਿਹੜਾ ਮਤਲਬ ਹੈ ਨਾ ਬੋਡੀ ਨੂੰ, ਸਰੀਰ ਨੂੰ ਮਹਾਰਾਜ ਦੀ ਨੂੰ ਲੈ ਕੇ ਜਾਵੇ, ਗੁਰੂ ਦੇ ਪਿਆਰੇ ਹੁੰਦੇ ਨੇ। ਫਿਰ ਇਤਿਹਾਸ ਕਹਿੰਦਾ ਵੀ ਉੱਥੇ ਬਹੁਤ ਹਨੇਰੀ ਆਈ। ਫਿਰ ਰਾਤ ਨੂੰ ਲੱਖੀ ਸ਼ਾਹ ਵਣਜਾਰਾ ਇੱਕ ਬਹੁਤ ਅਮੀਰ ਵਿਅਕਤੀ, ਬਹੁਤ ਜ਼ਿਆਦਾ, ਉਹਦੇ ਗੱਡੇ ਹੁਣ ਤੁਸੀਂ ਜਿਵੇਂ ਨਾ ਕਹਿ ਲਓ ਵੀ ਅੰਬਾਨੀ ਜਾਂ ਟ੍ਰੇਨਾਂ ਚੱਲਦੀਆਂ, ਉਹ ਹਿਸਾਬ ਸੀਗਾ। ਥੋੜ੍ਹਾ ਸਿਸਟਮ 'ਚ ਬੈਕ ਤੁਸੀਂ ਜਾਓ ਓਲਡ ਈਅਰਸ ਦੇ ਵਿੱਚ ਹੈ ਨਾ, ਸਿਸਟਮ ਚੇਂਜ ਆ। ਇਸ ਕਰਕੇ ਲੱਖੀ ਸ਼ਾਹ ਵਣਜਾਰਾ ਨੇ ਮਹਾਰਾਜ ਦਾ ਸਰੀਰ ਚੱਕਿਆ ਹੈ ਨਾ, ਕਿੱਥੇ ਸੰਸਕਾਰ ਕੀਤਾ, ਉਹਨੇ ਆਪਣੇ ਘਰ ਦੇ ਵਿੱਚ ਰੱਖ ਕੇ, ਉੱਥੇ ਘਰ ਨੂੰ ਹੈ ਨਾ ਅੱਗ ਲਾਈ। ਉਹਨੇ ਆਪਣੇ ਘਰ ਨੂੰ ਅੱਗ ਲਾਈ ਸੀ ਆਪ, ਤਾਂ ਸ਼ਹੀਦ ਵੀ ਉੱਥੇ ਕਿਉਂਕਿ ਸਖਤੀ ਸੀਗੀ, ਮਨਾਹੀ ਸੀਗੀ, ਤਾਂ ਵੀ ਪਰ ਇਹੋ ਜਿਹੇ ਗੁਰੂ ਦੇ ਪਿਆਰੇ ਹੁੰਦੇ ਨੇ, ਆਪਣੇ ਘਰ ਨੂੰ ਹੀ ਅੱਗ ਲਾਤੀ। ਦੇਖ ਲਓ ਵੀ ਮਹਾਰਾਜ ਦਾ ਸਾਰਾ ਕਰਨਾ ਸਤਿਕਾਰ ਹੈ ਨਾ। ਦੂਜੇ ਪਾਸੇ ਮਹਾਰਾਜ ਦਾ ਸੀਸ ਕੌਣ ਲੈ ਗਿਆ? ਭਾਈ ਜੈਤਾ ਜੀ ਹੈ ਨਾ। ਭਾਈ ਜੈਤਾ ਜੀ ਨੇ ਮਹਾਰਾਜ ਦਾ ਸੀਸ ਚੱਕਿਆ। ਦਿੱਲੀ ਤੋਂ ਲੈ ਕੇ ਅਨੰਦਪੁਰ ਸਾਹਿਬ ਕਾਹਦੇ ਤੇ ਆਏ ਨੇ? ਐਰੋਪਲੇਨ 'ਚ ਆਏ ਨੇ, ਕਾਰ 'ਚ ਆਏ ਨੇ, ਘੋੜਿਆਂ 'ਤੇ ਨਹੀਂ। ਦਿੱਲੀ ਤੋਂ ਲੈ ਕੇ ਅਨੰਦਪੁਰ ਸਾਹਿਬ ਤੁਰ ਕੇ ਆਏ ਨੇ। ਮਹਾਰਾਜ ਦਾ ਸੀਸ ਚੱਕਿਆ ਹੋਇਆ ਹੱਥ ਦੇ ਵਿੱਚ। ਰਸਤੇ ਵਿੱਚ 5 ਪੜਾਅ ਤੁਸੀਂ ਜਾਣਦੇ ਹੋ, ਗੁਰਦੁਆਰਾ ਸਾਹਿਬ ਬਣੇ ਹੋਏ ਨੇ, ਉੱਥੇ ਕਰਕੇ ਆਏ ਨੇ। ਰਸਤੇ ਵਿੱਚ ਇਹੋ ਜਿਹੀ ਜਗ੍ਹਾ ਆਈ ਨੇ ਜਿੱਥੇ ਕੋਈ ਸ਼ਰਧਾਲੂ ਮਿਲਿਆ, ਕੋਈ ਪੀਰ ਫਕੀਰ ਮਿਲਿਆ, ਉਹਨਾਂ ਨੇ ਵੀ ਦਰਸ਼ਨ ਕੀਤੇ ਗੁਰੂ ਸਾਹਿਬ ਦੇ। ਰਸਤੇ 'ਚ ਇਹੋ ਜਿਹੇ ਬੰਦੇ ਮਿਲੇ ਨੇ ਜਿਹੜੇ ਕਈ ਸਾਲਾਂ ਤੋਂ ਅਰਦਾਸ ਕਰਦੇ ਹੁੰਦੇ ਸੀ ਵੀ ਗੁਰੂ ਸਾਹਿਬ ਸਾਨੂੰ ਦਰਸ਼ਨ ਦਿਓ, ਸਾਡੇ ਘਰੇ ਚਰਨ ਪਾਵੋ। ਅਤੇ ਜਦੋਂ ਭਾਈ ਜੈਤਾ ਜੀ ਗਏ ਨੇ, ਮਤਲਬ ਇਤਿਹਾਸ ਕਹਿੰਦਾ ਵੀ ਉਹ ਹੈਰਾਨ ਰਹਿ ਗਏ, ਮਹਾਰਾਜ ਤੁਸੀਂ ਸਾਡੇ ਘਰੇ ਆਏ ਹੋ, ਕਿਹੜੇ ਰੂਪ ਵਿੱਚ ਆਏ ਹੋ ਹੈ ਨਾ। ਤੁਸੀਂ ਜਾਣਦੇ, ਫਿਰ ਜਦੋਂ ਸੀਸ ਲੈ ਕੇ ਭਾਈ ਜੈਤਾ ਜੀ ਪਹੁੰਚੇ ਨੇ ਕੀਰਤਪੁਰ ਸਾਹਿਬ, ਜਾਣਦੇ ਵੀ ਸਾਰਾ ਪਰਿਵਾਰ ਆਇਆ ਮਹਾਰਾਜ ਦਾ ਅਨੰਦਪੁਰ ਸਾਹਿਬ ਤੋਂ ਹੈ ਨਾ। ਉਹ ਗੱਲ ਫੇਸ ਕਰਨੀ, ਫੀਲਿੰਗ ਦੇਖੋ ਵੀ ਕਿਵੇਂ ਫੇਸ ਕੀਤਾ ਹੋਣਾ ਵੀ ਮਾਤਾ ਜੀ ਵੀ ਨੇ, ਮਾਤਾ ਨਾ ਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਵੀ, ਨਾਨਕੀ ਜੀ, ਇੱਕ ਮਾਤਾ ਸਾਹਮਣੇ ਪੁੱਤਰ ਦਾ ਸੀਸ ਆਇਆ ਹੋਵੇ, ਮਾਤਾ ਗੁਜਰੀ ਜੀ ਸਾਹਮਣੇ ਉਹਨਾਂ ਦੇ ਮਤਲਬ ਹੈ ਨਾ ਗੁਰੂ ਸਾਹਿਬ ਦਾ ਸੀਸ ਆਇਆ ਹੋਵੇ, ਅਤੇ ਪਿਤਾ ਦੇ ਮੂਹਰੇ, ਪੁੱਤਰ ਦੇ ਮੂਹਰੇ ਪਿਤਾ ਦਾ ਸੀਸ ਆਇਆ ਹੋਵੇ। ਫਿਰ ਦੇਖੋ ਸੰਸਕਾਰ ਕੀਤਾ ਸੀਸ ਦਾ, ਸੀਸਗੰਜ ਸਾਹਿਬ ਅਨੰਦਪੁਰ ਸਾਹਿਬ, ਅਤੇ ਲੱਖੀ ਸ਼ਾਹ ਵਣਜਾਰਾ ਜੀ ਨੇ ਕੀਤਾ ਸੀਗਾ ਮਤਲਬ ਸਰੀਰ ਦਾ ਸੰਸਕਾਰ ਉੱਥੇ ਆਪਣੇ ਦਿੱਲੀ, ਆਪਣੇ ਘਰੇ। ਅੱਜ ਮਹਾਰਾਜ ਦਾ ਸ਼ਹੀਦੀ ਦਿਹਾੜਾ ਆ। ਮਹਾਰਾਜ ਨੇ ਤਾਂ ਸੀਸਗੰਜ ਸਾਹਿਬ ਬਣਾਏ ਨੇ, ਮਹਾਰਾਜ ਨੇ ਸੀਸ ਅਲੱਗ ਕਰਾ ਲਿਆ ਪਰ ਧਰਮ ਨਹੀਂ ਛੱਡਿਆ। ਆਪਾਂ ਕੇਸ ਕਟਾਈ ਜਾਂਦੇ ਹਾਂ, ਆਪਣੇ ਪਿਤਾ ਤਾਂ ਉਹ ਨੇ, ਆਪਣੇ ਦਾਦਾ ਜੀ ਉਹ ਨੇ ਜਿਨ੍ਹਾਂ ਨੇ ਸੀਸ ਕਟਾ ਲਿਆ ਪਰ ਧਰਮ ਨਹੀਂ ਛੱਡਿਆ ਹੈਗਾ। ਆਪਾਂ ਕੇਸ ਕਟਾਈ ਜਾਂਦੇ ਹਾਂ। ਬੇਨਤੀ ਇਹੀ ਹੈ ਵੀਰੋ, ਬਹੁਤ ਕੁਛ ਆ ਇਤਿਹਾਸ ਦੇ ਵਿੱਚ, ਬਹੁਤ ਕੁਛ ਆ। ਜੇ ਸਾਰਾ ਇਤਿਹਾਸ ਨਹੀਂ ਪਤਾ ਕੋਈ ਗੱਲ ਨਹੀਂ, ਇਤਿਹਾਸ ਵਿੱਚੋਂ ਜੇ 1-2% ਗੱਲਾਂ ਪਤਾ ਵੀ ਨੇ ਨਾ, ਉਹੀ ਤੁਹਾਨੂੰ ਸਿਰੇ 'ਤੇ ਲੈ ਜਾਣਗੀਆਂ। ਇਹੀ ਯਾਦ ਕਰ ਲਓ ਯਾਰ। ਇਹੀ ਜੇ ਤੁਹਾਨੂੰ ਇਹੀ ਫੀਲ ਹੋ ਜਾਵੇ ਵੀ ਚਾਹੇ ਭਾਈ ਜੈਤਾ ਜੀ ਲੈ ਕੇ ਆਏ ਨੇ, ਕਿਵੇਂ ਲੈ ਕੇ ਆਏ ਹੋਣਗੇ, ਉੱਥੋਂ ਹੀ ਯਾਰ ਇੰਨਾ ਇਤਿਹਾਸ ਮਿਲਣਾ ਕਿਤੇ। ਫਿਰ ਵੀ ਜਦੋਂ ਕੀਰਤਪੁਰ ਸਾਹਿਬ ਸੀਸ ਲੈ ਕੇ ਆਏ ਨੇ, ਕਿਵੇਂ ਸਾਰੇ ਫੈਮਿਲੀ, ਕਿਵੇਂ ਸਾਰਾ ਪਰਿਵਾਰ ਆਇਆ ਹੋਊਗਾ। ਪਿਆਰ ਤਾਂ ਹੈਗਾ ਹੈ ਨਾ ਉਹਨਾਂ ਵਿੱਚ। ਇਹ ਗੱਲਾਂ ਫੀਲ ਕਰੋ। ਠੀਕ ਹੈ ਜੀ, ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।